ਜਦੋਂ ਦਿੱਲੀ ਦੀ ਗੱਲ ਆਉਂਦੀ ਹੈ ਨਾ ਤੇ ਪਤਾ ਨਹੀਂ ਮਿਆਉਂ ਮਿਆਉਂ ਕਰਨ ਲੱਗ ਪੈਂਦੇ। ਕਿਤੇ ਘਰੇ ਜਾ ਕੇ ਸੋਚ ਲਿਓ ਵੀ ਗੱਲ ਠੀਕ ਹੈ ਕਿ ਨਹੀਂ ਠੀਕ। ਇੰਨਾ ਨਾ ਦਿੱਲੀ ਦੇ ਥੱਲੇ ਲੱਗੋ। ਮੈਂ ਤਾਂ ਛੋਟੀ ਦਿੱਲੀ ਦੀ ਗੱਲ ਕਰਦਾ ਸੀ, ਇਦਾਂ ਦਾ ਨਾ ਕੰਮ ਕਰੋ। ਥੈਂਕ ਯੂ। ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਧੰਨਵਾਦ ਕਰਦਾ ਕਿ ਚਲੋ ਤੁਸੀਂ ਨਹੀਂ ਵੀ ਇਸ ਗੱਲ ਨੂੰ ਇਹਦੀ ਇੰਪੋਰਟੈਂਸ ਨੂੰ ਸਮਝਦੇ ਤੇ ਚਲੋ ਚੰਗੀ ਗੱਲ ਹੈ। ਨਹੀਂ ਸਮਝਦੇ ਜੀ, ਹਾਊਸ ਪੂਰਾ ਸਮਝਦਾ। ਮੈਸੇਜ ਦੇ ਦਿੱਤਾ ਕਿ ਸਮ ਆਫ them will be here, ਆ ਜਾਣਗੇ। ਵੈਸੇ ਤਾਂ ਸਾਨੂੰ ਸਾਰਿਆਂ ਨੂੰ ਮੈਨੂੰ ਲੱਗਦਾ ਕਿ ਪ੍ਰਮਾਤਮਾ ਸਮੱਤ ਬਖਸ਼ੇ, ਅਸੀਂ ਜਿਸ ਹਿਸਾਬ ਨਾਲ ਚਲਾਉਣਾ ਚਾਹੁੰਦੇ ਆ ਨਾ, ਇਹ ਇੱਕ ਡਿਫਰੈਂਟ ਰੰਗਤ ਆ ਪੋਲੀਟੀਕਲ ਬੰਦੇ ਦੀ। ਕੋਈ ਬਹੁਤੀ ਕਦਰ ਕੁਦਰ ਆਲੇ ਦੁਆਲੇ ਹੈ ਨਹੀਂ ਅਕਰੋਸ ਦਾ ਪਾਰਟੀ ਲਾਈਨ। ਅਸੀਂ ਸਾਰਿਆਂ ਨੇ ਇਹ ਕੀਤਾ, ਕੋਈ ਇਕੱਲੇ ਕਿਸੇ ਨੇ ਨਹੀਂ ਕੀਤਾ। ਤੇ ਮੈਂ ਤਾਂ ਕਿਉਂਕਿ ਜੇ ਬਜਟ ਦੀ ਗੱਲ ਕਰਾਂ, ਕਿਉਂਕਿ ਇੱਕ ਇੰਡੀਕੇਸ਼ਨ ਹੁੰਦਾ ਕਿ ਹਾਂ ਵੀ ਕੈਪੀਟਲ ਐਕਸਪੈਂਡੀਚਰ ਕੀ ਹੈਗਾ, ਕਿਉਂਕਿ ਤੁਸੀਂ ਤਾਂ ਇਕਨੋਮਿਕਸ ਨੂੰ ਵੱਧ ਸਮਝਦੇ ਆ। ਜਿਹੜਾ ਮਿਨਿਸਟਰ ਸਾਹਿਬ ਨੇ ਪਹਿਲਾਂ ਵਾਈਟ ਪੇਪਰ ਇਸ਼ੂ ਕੀਤਾ, ਮੈਨੂੰ ਲੱਗਦਾ ਜਾਂ ਤਾਂ ਉਹਦੇ ਤੇ ਪਹਿਲਾਂ ਬਹਿਸ ਕਰਾ ਲੈਣੀ ਚਾਹੀਦੀ ਸੀ। ਜੇ ਵਾਈਟ ਪੇਪਰ ਇਸ਼ੂ ਕਰ ਹੀ ਲਿਆ ਤਾਂ ਫਿਰ ਜਿਹੜਾ ਬਜਟ ਇੱਥੇ ਪੜ੍ਹਿਆ ਗਿਆ, ਜਿਹੜਾ ਇੱਥੇ ਬਜਟ ਪੜ੍ਹਿਆ ਗਿਆ ਤੇ ਉਹਦੇ ਵਿੱਚ ਕੁਝ ਬਦਲਾਅ ਹੀ ਲੈ ਆਉਣੇ ਸੀਗੇ। ਜੇ ਵਾਈਟ ਪੇਪਰ ਦੇ ਮੁਤਾਬਕ ਹੀ ਕੋਈ ਬਦਲਾਅ ਲੈ ਆਉਂਦੇ, ਮੈਂ ਨਹੀਂ ਕਹਿੰਦਾ, ਕਿਉਂਕਿ ਪਿਛਲੇ ਸਮਿਆਂ ਦੇ ਵਿੱਚ ਮੈਂ ਇਸ ਗੱਲ ਨਾਲ ਐਗਰੀ ਕਰਦਾ ਕਿ ਪੁਰਾਣੀਆਂ ਸਰਕਾਰਾਂ ਨੇ ਬਹੁਤ ਮਾੜੀਆਂ ਗੱਲਾਂ ਕੀਤੀਆਂ, ਪਰ ਐਟ ਦਾ ਸੇਮ ਟਾਈਮ ਇਹ ਬਜਟ ਜਿਹੜਾ ਇੱਕ ਐਕਸਲ ਸ਼ੀਟ ਤੋਂ ਇਲਾਵਾ ਕੁਝ ਨਹੀਂ ਹੈ। ਕਿਉਂਕਿ ਪਿਛਲੀ ਵਾਰੀ 2021-22 ਦੇ ਵਿੱਚ 10,078 ਕਰੋੜ ਦਾ ਕੈਪੀਟਲ ਐਕਸਪੈਂਡੀਚਰ ਸੀਗਾ, ਤੇ ਜਿਹੜਾ ਹੁਣ ਵੱਧ ਕੇ 10,981, 8%, ਉਹਦੇ ਵਿੱਚ 7-8% ਤਾਂ ਇਨਫਲੇਸ਼ਨ ਆ ਜਾਣੀ ਆ। ਤੇ ਆਪਾਂ ਕਿਹੜੇ ਕੈਪੀਟਲ ਐਕਸਪੈਂਡੀਚਰ ਦੀ ਗੱਲ ਕਰਦੇ ਆ। ਔਰ ਦੂਸਰੀ ਗੱਲ ਹੈ, ਕਿਉਂਕਿ ਇਹ ਤਾਂ ਸਿੰਪਲ ਜੀ ਗੱਲ ਹੈ ਵੀ ਅਰਨਿੰਗ ਸਾਡੀ ਕੀ ਆ ਤੇ ਸਾਡਾ ਐਕਸਪੈਂਡੀਚਰ ਕੀ ਆ। ਤੇ ਅਸੀਂ ਹੋਰ ਲੋਨ ਜਿਹੜਾ ਉਹ ਰੇਜ਼ ਕਰਨ ਦੀ ਗੱਲ ਕਰਦੇ ਆ, ਕਿਉਂਕਿ ਪਿਛਲੀ ਵਾਰੀ 46,083 ਕਰੋੜ ਦਾ ਸੀਗਾ ਤੇ ਇਸ ਵਾਰੀ 55,050 ਕਰੋੜ ਦਾ ਆ। ਸੋ ਉਹਦੇ ਵਿੱਚ ਕੋਈ ਬਦਲਾਅ ਵਾਲੀ ਗੱਲ ਜਿਹੜੀ ਆ ਉਹ ਬਿਲਕੁਲ ਦਿਸੀ ਨਹੀਂ। ਕਿਉਂਕਿ ਵੈਸੇ ਤਾਂ ਜਿਹੜੀ ਐਕਸਾਈਜ਼ ਪਾਲਿਸੀ ਹੈ, ਅੱਜ ਉਹਦਾ ਹਾਈ ਕੋਰਟ ਨੇ ਸਟੇ ਵੀ ਕਰ ਦਿੱਤਾ, ਕਿਉਂਕਿ ਜੇ ਐਕਸਾਈਜ਼ ਪਾਲਿਸੀ ਇੰਨੀ ਚੰਗੀ ਸੀ ਤਾਂ ਫਿਰ ਹਾਈ ਕੋਰਟ ਨੇ ਉਹਦਾ ਸਟੇ ਕਰ ਦਿੱਤਾ। ਤੁਸੀਂ ਤਾਂ ਇਨਹਾਂਸਮੈਂਟ 40% ਦੀ ਗੱਲ ਕਰਦੇ ਸੀ, ਤੁਸੀਂ ਤਾਂ ਬੇਸਿਕਲੀ ਈਵਨ 1/3 ਜਿਹੜੇ ਆ ਉਹ ਠੇਕੇ ਵੀ ਨਿਲਾਮ ਨਹੀਂ ਕਰ ਸਕੇ। ਇਹ ਬੇਸਿਕਲੀ ਮੈਂ ਨਹੀਂ ਕਹਿੰਦਾ, ਮੈਂ ਦਿਲੋਂ ਚਾਹੁੰਦਾ ਵੀ ਇਹ ਸਰਕਾਰ ਬਹੁਤ ਵਧੀਆ ਕੰਮ ਕਰੇ, ਕਿਉਂਕਿ ਇਹ ਜ਼ਰੂਰੀ ਨਹੀਂ ਹੁੰਦਾ ਕਿ ਪੰਜਾਬ ਫਲਾਣੇ ਨੇ ਠੀਕ ਕਰਨਾ ਹੁੰਦਾ, ਫਲਾਣੇ ਨੇ ਠੀਕ ਕਰਨਾ ਹੁੰਦਾ। ਪੁਰਾਣੀਆਂ ਸਰਕਾਰਾਂ ਨੇ ਬਹੁਤ ਮਾੜੇ ਕੰਮ ਕੀਤੇ ਆ, ਪਰ ਕਈ ਵਾਰੀ ਘਰ ਦੇ ਭਾਗ ਜਿਹੜੇ ਉਹ ਡੇਢੀ ਤੋਂ ਪਤਾ ਲੱਗਣ ਲੱਗ ਪੈਂਦੇ ਵੀ ਘਰ ਦੇ ਭਾਗ ਹੈ ਕਿਹੋ ਜਿਹੇ ਆ। ਔਰ ਦੂਸਰੀ ਗੱਲ ਜਿਹੜੀ ਹੈਲਥ ਦੀ, ਜੇ ਮੈਂ ਗੱਲ ਕਰ ਲਵਾਂ, ਆਪਣੇ ਕੋ ਲਗਭਗ 8,000 ਇੰਸਟੀਟਿਊਸ਼ਨਸ ਹੈਗੇ ਆ, ਜਿਹਦੇ ਵਿੱਚ ਡਿਸਟ੍ਰਿਕਟ ਹਸਪੀਟਲਸ ਵੀ ਆ, ਜਿਹਦੇ ਵਿੱਚ ਸਬ ਡਿਵੀਜ਼ਨ ਦੇ ਹਸਪੀਟਲ ਵੀ ਆ, CHCs ਵੀ ਆ, PHCs ਵੀ ਆ, ਹੈਲਥ ਵੈਲਨੈਸ ਸੈਂਟਰ ਵੀ ਹੈਗੇ ਆ। ਐਕਚੁਅਲੀ ਤੁਹਾਡੀ ਜ਼ਿੱਦ ਇਹ ਆ ਕਿ ਅਸੀਂ, ਕਿਉਂਕਿ ਤੁਹਾਡੇ ਆਕਾ ਜਿਹੜੇ ਆ, ਮੈਂ ਨਹੀਂ ਕਹਿੰਦਾ ਉਹਨਾਂ ਦਾ ਰਿਸਪੈਕਟ ਕਰੋ, ਪਰ ਪੰਜਾਬ ਦੇ ਹਾਲਾਤ ਤੇ ਦਿੱਲੀ ਦੇ ਹਾਲਾਤ ਅਲੱਗ ਹੈ। ਪੰਜਾਬ 52,000 ਸਕੁਅਰ ਕਿਲੋਮੀਟਰ ਦੇ ਵਿੱਚ ਆ, ਜਦ ਕਿ ਦਿੱਲੀ ਸਿਰਫ 1,500 ਸਕੁਅਰ ਕਿਲੋਮੀਟਰ ਦੇ ਵਿੱਚ। ਉੱਥੇ ਏਕੜ ਦੇ ਵਿੱਚ ਮੇਰਾ ਖਿਆਲ ਹਜ਼ਾਰਾਂ ਲੋਕ ਰਹਿੰਦੇ ਆ, ਹਜ਼ਾਰਾਂ ਫੈਮਲੀਜ਼ ਰਹਿੰਦੀਆਂ। ਉਹ ਤਾਂ ਮੁਹੱਲਾ ਕਲੀਨਿਕ ਦੀ ਗੱਲ ਕਰ ਲੈਣ, ਆਪਾਂ ਮੁਹੱਲਾ ਕਲੀਨਿਕ ਦੀ ਗੱਲ, ਕਿਉਂਕਿ ਤੁਹਾਨੂੰ ਪਤਾ ਵੀ ਤੁਹਾਡਾ ਇੱਕ ਮਾਡਲ ਬਣਾ ਲਿਆ ਤੇ ਉਸ ਮਾਡਲ ਦੇ ਵਿੱਚ ਤੁਹਾਨੂੰ ਇਸ ਗੱਲ ਲਈ ਵਜਿਦ ਰਹਿਣਾ ਪੈਣਾ। ਔਰ ਜਿਹੜਾ ਤੁਸੀਂ 21 ਲੱਖ ਦਾ ਫਾਇਦਾ ਕੀਤਾ ਕਿ ਪੇਪਰਲੈਸ ਬਜਟ ਲਿਆ ਕੇ, ਤੁਸੀਂ ਅੱਜ 42 ਲੱਖ ਦੀ ਉਹਦੀ ਐਡ ਦਿੱਤੀ ਹੈ, ਉਹਦੀ 42 ਲੱਖ ਦੀ ਐਡ ਦਿੱਤੀ ਹੈ। ਅੱਜ ਮੈਂ ਨਹੀਂ ਕਹਿੰਦਾ ਸਾਡਾ ਹੈਲਥ ਸਿਸਟਮ ਬਹੁਤ ਵਧੀਆ, ਲੇਕਿਨ ਡਾਕਟਰ ਸਾਹਿਬ ਬੈਠੇ ਆ, ਆਪਾਂ ਜਿਹੜਾ ਹੈਲਥ ਸਿਸਟਮ ਆਲਰੇਡੀ ਹੈਗਾ ਉਹਨੂੰ ਸਟਰੋਂਗ ਕਰ ਲਈਏ, ਉਹਨੂੰ ਸਟਰੈਂਥਨ ਕਰ ਲਈਏ। ਆਪਾਂ ਜ਼ਰੂਰ ਮੁਹੱਲਾ ਕਲੀਨਿਕ, ਮੈਂ ਨਹੀਂ ਕਹਿੰਦਾ ਤੁਸੀਂ ਮੁਹੱਲਾ ਕਲੀਨਿਕ ਵੀ ਬਣਾ ਲਓ ਜੇ ਬਣਾਉਣੇ ਆ, ਕਿਉਂਕਿ ਕਦੋਂ ਬਣਾਓਗੇ? 13,000 ਪਿੰਡ ਹੈ, 117 ਦੀ ਪ੍ਰੋਵੀਜ਼ਨ ਹੈ, 75 ਤੁਸੀਂ ਪਹਿਲਾਂ ਬਣਾਉਣੇ ਆ, ਤੇ ਉਹਦੇ ਚ ਕੀ ਐਡੀ ਨਵੀਂ ਚੌੜੀ ਕੀ ਗੱਲ ਹੈਗੀ ਆ?
ਸੋ ਮੇਰੇ ਖਿਆਲ ਕਿ ਆਪਾਂ ਨੂੰ ਇਸ ਗੱਲ ਤੇ ਬਹੁਤ ਵਿਜਿੱਦ ਨਹੀਂ ਹੋਣਾ ਚਾਹੀਦਾ ਕਿ ਪੰਜਾਬ ਦੀ ਜਿਹੜੀ ਖਾਸ ਕਰਕੇ ਜਿਹੜਾ ਪੈਸਿਆਂ ਵਾਲੀ ਗੱਲ ਹੈਗੀ ਆ ਉਹਨੂੰ ਆਪਾਂ ਠੀਕ ਪਾਸੇ ਨੂੰ ਤੋਰ ਲਈਏ। ਆਪਾਂ ਕੋਈ ਕਿਸੇ ਦਾ ਪੁਆਇੰਟ ਸਿਸਟਮ ਠੀਕ ਨਹੀਂ ਕਰਨਾ ਵੀ ਹਾਂਜੀ ਫਲਾਣੇ ਨੇ ਕੀ ਕਹਿਤਾ, ਫਲਾਣੇ ਨੇ ਕੀ ਕਹਿਤਾ। ਮੈਂ ਐਜੂਕੇਸ਼ਨ ਦੀ ਗੱਲ ਕਰਨੀ ਚਾਹੁੰਦਾ ਕਿਉਂਕਿ ਇਹ ਮਹਿਕਮਾ 3 ਮਹੀਨੇ ਮੈਂ ਵੀ ਹੈਂਡਲ ਕੀਤਾ। ਮੈਂ ਜਾਣ ਬੁੱਝ ਕੇ ਲਿਆ ਸੀ, ਬਹੁਤੇ ਬੰਦਿਆਂ ਨੇ ਤਾਂ ਮੈਨੂੰ ਇਹ ਕਿਹਾ ਵੀ ਇਹ ਹੁਣ ਪੰਗੇ 'ਚ ਪੈ ਗਿਆ, ਕਿਉਂਕਿ ਜੇ ਐਜੂਕੇਸ਼ਨ ਨੂੰ ਅਸੀਂ ਠੀਕ ਨਾ ਕਰ ਸਕੇ, ਜੇ ਹਿਊਮਨ ਰਿਸੋਰਸਿਸ ਨੂੰ ਅਸੀਂ ਠੀਕ ਨਾ ਕਰ ਸਕੇ ਤੇ ਆਉਣ ਵਾਲਾ ਸਮਾਂ ਜਿਹੜਾ ਸਾਡੇ ਲਈ ਬਹੁਤ ਮਾੜਾ ਹੋਊਗਾ। ਅੱਜ ਸਾਡੇ ਹਿਊਮਨ ਰਿਸੋਰਸ ਦਾ ਹਾਲ ਇਹ ਹੈ, ਕਿਉਂਕਿ ਮੈਂ 3 ਮਹੀਨਿਆਂ ਦੇ ਵਿੱਚ ਕਾਫੀ ਸਪੀਕਰ ਸਾਹਿਬ ਕਮੇਟੀਆਂ ਵਗੈਰਾ ਫਾਰਮ ਕੀਤੀਆਂ, ਕਿਉਂਕਿ ਜਿਹੜਾ ਬੱਚਾ ਉਹ ਕਹਿੰਦਾ ਮੇਰੇ ਕੋਲ ਨੌਕਰੀ ਨਹੀਂ ਹੈ, ਲੇਕਿਨ ਜਿਹੜਾ ਇੰਡਸਟਰੀਲਿਸਟ ਆ ਉਹ ਕਹਿੰਦਾ ਵੀ ਮੇਰੇ ਕੋਲ ਬੱਚਾ ਨਹੀਂ ਹੈ ਜਿਹੜਾ ਮੇਰੀ ਇੰਡਸਟਰੀ ਨੂੰ ਅੱਗੇ ਲੈ ਕੇ ਤੁਰ ਸਕੇ। ਇਹਦਾ ਮਤਲਬ ਇਹ ਹੋਇਆ ਕਿ ਸਾਡਾ ਜਿਹੜਾ ਕੈਰੀਕੂਲਮ ਹੈ, ਜਿਹੜੇ ਸਾਡੇ ਕੋਰਸਿਸ ਆ ਉਹਦੇ ਵਿੱਚ ਕਮੀਆਂ ਪੇਸ਼ੀਆਂ ਹੈਗੀਆਂ, ਉਹਨੂੰ ਰੀਡਿਜ਼ਾਈਨ ਕਰਨ ਦੀ ਜ਼ਰੂਰਤ ਹੈ। ਅੱਜ ਫੋਰਨ ਯੂਨੀਵਰਸਿਟੀਜ਼ ਨੂੰ ਸਾਡੇ ਨਾਲ ਕੋਲੈਬੋਰੇਟ ਕਰਨ ਦੀ ਜ਼ਰੂਰਤ ਹੈ ਤਾਂ ਕਿ ਆਪਾਂ ਬੱਚਿਆਂ ਨੂੰ ਇੱਥੇ ਪੜ੍ਹਾ ਲਈਏ। ਐਕਚੁਅਲੀ ਬਹੁਤ ਕਈ ਵਾਰੀ ਅਸੀਂ ਇਮੋਸ਼ਨਲ ਗੱਲਾਂ ਕਰਨ ਲੱਗ ਪੈਂਦੇ ਆ ਕਿ ਸਾਡੇ ਬੱਚੇ ਬਾਹਰ ਜਾਣ ਲੱਗ ਪਏ, ਸਾਡੇ ਬੱਚੇ ਬਾਹਰ ਜਾਣ ਲੱਗ ਪਏ। ਬਈ ਦੁਨੀਆ ਅੱਜ ਛੋਟਾ ਜਿਹਾ ਇੱਕ ਗਲੋਬਲ ਵਿਲੇਜ ਬਣ ਗਈ ਆ, ਜਿਹਨੂੰ ਅਪਰਚੁਨਿਟੀ ਮਿਲੂਗੀ ਜੇ ਉਸ ਲੈਵਲ ਦਾ ਬੱਚਾ ਹੋਊਗਾ ਤੇ ਉਹ ਜਾਊਗਾ ਜ਼ਰੂਰ। ਪਰ ਆਪਾਂ ਇਹ ਕਰ ਲਈਏ ਵੀ ਉਹਨਾਂ ਯੂਨੀਵਰਸਿਟੀਆਂ ਨਾਲ ਆਪਾਂ ਕੋਲੈਬੋਰੇਸ਼ਨ ਕਰ ਲਈਏ ਤਾਂ ਕਿ ਜਿਹੜੀ ਚੀਜ਼ ਸਾਨੂੰ ਨਹੀਂ ਪਤਾ ਸੀ ਜਾਂ ਜਿਹੜੀ ਚੀਜ਼ ਅੱਜ ਸਾਡੇ ਸਿਸਟਮ ਦੇ ਵਿੱਚ ਨਹੀਂ ਹੈਗੀ ਉਹਨੂੰ ਤਾਂ ਆਪਾਂ ਇੰਟਰੋਡਿਊਸ ਕਰ ਲਈਏ। ਔਰ ਦੂਸਰੀ ਗੱਲ, ਮੈਂ ਜੇ ਸਕੂਲਾਂ ਦੀ ਗੱਲ ਕਰ ਲਵਾਂ, ਸਕੂਲਾਂ ਦੇ ਵਿੱਚ ਕਿਉਂਕਿ ਮਾਡਲ ਜਿਹੜਾ ਆ ਉਹ ਤੁਹਾਡੇ ਕੋਲ ਦਿੱਲੀ ਦਾ ਮਾਡਲ ਹੈ, ਤੁਹਾਡੇ ਕੋਲ ਨਹੀਂ ਸਪੀਕਰ ਸਾਹਿਬ, ਤੁਸੀਂ ਤਾਂ ਸਾਂਝੇ ਹੀ ਆ ਸਾਰਿਆਂ ਦੇ, ਸਰਕਾਰ ਕੋਲ ਨਾ ਦਿੱਲੀ ਦਾ ਮਾਡਲ ਹੈ। ਕਿਉਂਕਿ ਤੁਸੀਂ ਵੀ ਇਹਦੇ ਤੇ ਬਹੁਤ ਜ਼ੋਰ ਲਾਇਆ ਕਿ ਹਾਂ ਵੀ ਪੰਜਾਬ ਐਜੂਕੇਸ਼ਨ ਦੇ ਵਿੱਚ 29ਵੇਂ ਨੰਬਰ ਤੇ ਪਹੁੰਚ ਗਿਆ ਜੀ ਪੰਜਾਬ। ਤੁਸੀਂ ਇਹਨਾਂ ਸੀਟਾਂ ਤੇ ਬੈਠੇ ਹੁੰਦੇ ਸੀ, ਤੁਸੀਂ ਬਹੁਤ ਸਪੀਕਰ ਸਾਹਿਬ ਸਭ ਤੋਂ ਵੱਧ ਤੁਹਾਡੀ ਆਵਾਜ਼ ਆਉਂਦੀ ਹੁੰਦੀ ਸੀ ਭਈ ਪੰਜਾਬ 29ਵੇਂ ਨੰਬਰ ਤੇ ਪਹੁੰਚ ਗਿਆ। ਅਮਨ ਜੀ ਠੀਕ ਹੈ ਇਹ ਗੱਲ ਠੀਕ ਹੈ, ਤੁਸੀਂ ਕਹਿ ਦਿਓ ਵੀ ਇਹ ਗੱਲ ਠੀਕ ਹੈ ਕਿ ਨਹੀਂ ਠੀਕ। ਔਰ ਉਹਦੇ ਤੋਂ ਬਾਅਦ ਜਦੋਂ 2017-18 ਦੇ ਵਿੱਚ ਅਸੀਂ ਪਿੱਛੇ ਸੀ ਤੇ ਦਿੱਲੀ ਅੱਗੇ ਸੀ, ਉਦੋਂ ਤੁਸੀਂ ਇਹ ਬਹੁਤ ਰੌਲਾ ਪਾਇਆ ਕਿ ਹਾਂ ਵੀ ਪੰਜਾਬ ਦਾ ਐਜੂਕੇਸ਼ਨ ਸਿਸਟਮ ਤਾਂ ਬਹਿ ਗਿਆ, ਪੰਜਾਬ ਦਾ ਐਜੂਕੇਸ਼ਨ ਦਾ ਸਿਸਟਮ ਬਹਿ ਗਿਆ। ਪਰ 2020 ਦੇ ਵਿੱਚ ਮੇਰੇ ਕੋਲ ਰਿਪੋਰਟ ਹੈ ਸਪੀਕਰ ਸਾਹਿਬ, 2020 ਦੇ ਵਿੱਚ, ਔਰ ਉਦੋਂ ਜਦੋਂ ਤੁਸੀਂ ਫਸਟ ਆਏ ਸੀ ਨਾ, ਮੈਂ ਤੁਸੀਂ ਇਸ ਕਰਕੇ ਕਹਿੰਦਾ ਵੀ ਤੁਸੀਂ ਦਿੱਲੀ ਨੂੰ ਤਾਂ ਅੱਗੇ ਹੀ ਰੱਖਣਾ ਚਾਹੁੰਦੇ ਆ, ਤੁਹਾਡੀ ਮਾਨਸਿਕਤਾ ਦੇ ਵਿੱਚ ਕਿਤੇ ਨਾ ਕਿਤੇ ਪ੍ਰੋਬਲਮ ਆ ਗਈ। ਆਪਾਂ ਉਸ ਮਾਨਸਿਕਤਾ ਤੋਂ ਉੱਭਰ ਆਈਏ ਯਾਰ। ਇੱਥੇ ਵੀ ਪ੍ਰੋਬਲਮ ਆਈ ਸੀ, ਇਹਨਾਂ ਸੀਟਾਂ ਤੇ ਵੀ ਆਈ ਸੀ, ਕਾਂਗਰਸ ਦੇ ਵਿੱਚ ਵੀ ਆਈ ਸੀ। ਜਦੋਂ ਦਿੱਲੀ ਦੀ ਗੱਲ ਆਉਂਦੀ ਹੈ ਨਾ ਤੇ ਪਤਾ ਨਹੀਂ ਮਿਆਉਂ ਮਿਆਉਂ ਕਰਨ ਲੱਗ ਪੈਂਦੇ। ਕਿਤੇ ਘਰੇ ਜਾ ਕੇ ਸੋਚ ਲਿਓ ਵੀ ਗੱਲ ਠੀਕ ਹੈ ਕਿ ਨਹੀਂ ਠੀਕ। ਐਂਡ ਜਦੋਂ ਦਿੱਲੀ ਪਹਿਲਾਂ ਆਇਆ ਸੀ, ਯਾਰ ਮੈਨੂੰ ਬੋਲ ਲੈਣ ਦਿਓ ਯਾਰ, ਬਾਅਦ ਚ ਕਰ ਦਿਓ, ਟਾਈਮ ਹੋ ਗਿਆ, ਇਹਨਾਂ ਨੂੰ ਕੰਪਲੀਟ ਕਰ ਲੈਣ ਦਿਓ, ਵਾਈਂਡ ਅਪ ਕਰ ਲਓ। ਇਹ ਤੁਹਾਡੇ ਸਸੋਦੀਆ ਜੀ, ਵੈਸੇ ਤਾਂ ਕੱਲ ਮੇਰਾ ਦਿਲ ਕਰਦਾ ਸੀ ਵੀ ਇੱਥੇ ਆਏ ਆ ਵੀ ਮੈਂ ਮਾੜਾ ਜਿਹਾ ਪੁੱਛ ਲਵਾਂ। ਉਹਨਾਂ ਨੇ ਆ ਟਵੀਟ ਕੀਤਾ ਸੀਗਾ ਕਿ ਇਟ ਇਜ਼ ਅ ਮੈਟਰ ਆਫ ਪ੍ਰਾਈਡ ਫॉर ਦਿੱਲੀ that our government schools have been ranked top in the country in ਨੀਤੀ ਆਯੋਗ's NAS report attributing landmark transformation of the government school system in Delhi। ਜਦੋਂ ਤੱਕ ਤੁਹਾਡਾ ਦਿੱਲੀ ਦਾ ਆਇਆ ਅਸੀਂ ਉਹ ਬਿਲਕੁਲ ਸਰਵੇ ਠੀਕ ਸੀ, ਲੇਕਿਨ ਜਦੋਂ ਪੰਜਾਬ ਪਹਿਲੀ ਆਇਆ, ਇਹ ਨੈਸ ਦੇ ਵਿੱਚ ਵੀ ਆਇਆ ਤੇ ਆਇਆ ਜਿਹੜਾ ਪਰਫਾਰਮੈਂਸ ਗ੍ਰੇਡ ਇੰਡੈਕਸ ਆ ਉਹਦੇ ਵਿੱਚ ਵੀ 20 ਚ ਵੀ ਆਇਆ ਤੇ 21 ਚ ਵੀ ਆਇਆ, ਪਹਿਲੀ ਤੇ ਆਇਆ। ਤੁਹਾਡੇ ਸੀਐਮ ਸਾਹਿਬ ਨੇ ਇੱਥੇ ਔਨ ਦਾ ਫਲੋਰ ਆਫ ਦਾ ਹਾਊਸ, ਐਂਡ ਆਈ ਕੈਨ ਪ੍ਰੂਵ ਇਟ, ਔਨ ਦਾ ਫਲੋਰ ਆਫ ਦਾ ਹਾਊਸ ਕਹਿੰਦੇ ਵੀ ਇਹ ਫੱਜ ਡਾਕੂਮੈਂਟ ਆ, ਇਹ ਬੋਗਸ ਹੈ। ਯਾਰ ਤੁਸੀਂ ਬੇਸਿਕਲੀ ਪੰਜਾਬ ਦੇ ਲੱਖਾਂ ਬੱਚਿਆਂ ਨੇ, ਔਰ CBSE ਨੇ ਕੰਡਕਟ ਕੀਤਾ ਸੀ, ਪੰਜਾਬ ਦੇ ਲੱਖਾਂ। ਡਾਕਟਰ ਜੀਵਨ ਜੋਤ ਕੌਰ, ਹੋ ਗਿਆ ਸਰ, ਤੁਹਾਨੂੰ 3 ਮਿੰਟ ਵੱਧ ਦੇਤੇ। ਨਹੀਂ ਇਹ ਸਮੇਂ ਦੀ ਗੱਲ ਹੀ ਹੈ, ਹੋਰ ਕੋਈ ਗੱਲ ਨਹੀਂ। ਇਹ ਸਮੇਂ ਦੀ ਗੱਲ ਹੈ। ਇਹਨਾਂ ਨੂੰ ਵਾਈਂਡ ਅਪ ਕਰਨਾ, 3 ਮਿੰਟ ਵੱਧ ਦੇਤੇ। ਕਰੋ ਜੀ, ਬੋਲੋ। ਤੁਸੀਂ ਤਾਂ ਇਸ ਗੱਲ ਨੂੰ ਓਨ ਵੀ ਨਹੀਂ ਕਰਦੇ। ਤੁਹਾਡੇ ਐਜੂਕੇਸ਼ਨ ਮਿਨਿਸਟਰ, ਮੈਂ ਫੋਨ ਕਰਕੇ ਕਿਹਾ, ਮੈਂ ਕਿਹਾ ਆਪਣੇ ਬੱਚੇ ਬਈ
ਆਪਣੇ ਬੱਚੇ 1 ਨੰਬਰ ਤੇ ਆਏ ਆ, ਤੁਸੀਂ ਤਾਂ ਪੰਜਾਬ ਨੂੰ ਓਨ ਕਰਨ ਦੀ ਵੀ ਗੱਲ ਨਹੀਂ ਕਰਦੇ। ਤੁਸੀਂ ਤਾਂ ਇਹ ਕਹਿੰਦੇ ਆ ਵੀ ਜਿਹੜੇ ਹੁਣ 6ਵੇਂ ਨੰਬਰ ਤੇ ਆ, ਇਹ ਪਹਿਲੇ ਨੰਬਰ ਵਾਲਾ ਬੱਚਾ 6ਵੇਂ ਨੰਬਰ ਕੋਲ ਜਾ ਕੇ ਪੜ੍ਹਨ ਆਵੇ। ਕੁਛ ਤਾਂ ਮਾੜਾ ਮੋਟਾ ਕਿਤੇ ਜਾ ਕੇ ਅਮਨ ਜੀ ਘਰੇ ਬਹਿ ਕੇ ਭਾਵੇਂ ਜਦੋਂ ਰਾਤ ਨੂੰ ਸੌਣ ਲੱਗੇ ਉਦੋਂ ਹੀ ਸੋਚ ਲਿਓ। ਇੰਨਾ ਨਾ ਦਿੱਲੀ ਠੀਕ ਹੈ ਦੇ ਜੀ। ਥੱਲੇ ਲੱਗੋ। ਮੈਂ ਤਾਂ ਛੋਟੀ ਦਿੱਲੀ ਦੀ ਗੱਲ ਕਰਦਾ ਸੀ, ਇਦਾਂ ਦਾ ਨਾ ਕੰਮ ਕਰੋ। ਥੈਂਕ ਯੂ ਡਾਕਟਰ ਜੀਵਨਜੋਤ ਕੌਰ। ਅਮਨ ਜੀ ਹੁਣ ਮੈਂ ਇੱਕ ਜਵਾਬ ਦੇਦਾ। ਅਮਨ ਜੀ ਦੇਖੋ ਸਰ, ਪ੍ਰਗਟ ਸਿੰਘ ਜੀ ਮੇਰੇ ਬੜੇ ਸਤਿਕਾਰਯੋਗ ਨੇ, ਬੜੇ ਲਰਨਡ ਬੰਦੇ ਨੇ। ਮੈਂ ਸਿਰਫ ਔਰ ਸਿਰਫ ਇੰਨੀ ਬੇਨਤੀ ਕਰਨੀ ਚਾਹੁੰਦਾ ਕਿ ਇਹ ਰਿਪੋਰਟਾਂ ਦੇ ਕੌਣ ਅੱਗੇ ਤੇ ਪਹਿਲੇ ਤੇ ਹੈ, ਕੌਣ 6ਵੇਂ ਤੇ ਹੈ, ਆਪਾਂ ਇਹਦੀ ਡਿਟੇਲ ਦੇ ਵਿੱਚ ਜਾਣ ਨਾਲੋਂ ਨਾ ਜੀ, ਜੇ ਆਪਾਂ ਗਰਾਊਂਡ ਦੇ ਉੱਪਰ ਦੇਖ ਲਈਏ। ਪ੍ਰਗਟ ਜੀ ਮੈਂ ਤੁਹਾਡੇ ਤੋਂ ਪੁੱਛਣਾ ਚਾਹੁੰਦਾ ਕਿ ਆਪਾਂ ਜਿੱਥੇ ਬੈਠੇ ਆ, ਚਾਹੇ ਤੁਸੀਂ ਹੋ, ਚਾਹੇ ਅਸੀਂ ਆ, ਚਾਹੇ ਇੱਧਰ, ਆਪਣੇ ਵਿੱਚੋਂ ਪੰਜਾਬ ਦੇ ਸਰਕਾਰੀ ਸਕੂਲਾਂ 'ਚ ਕਿਹਨੇ ਆਪਦਾ ਬੱਚਾ ਪੜ੍ਹਾਇਆ ਹੈ? ਪਲੀਜ਼ ਟਰਾਈ ਟੂ ਅੰਡਰਸਟੈਂਡ ਦ ਗਰਾਊਂਡ ਰਿਐਲਿਟੀ। ਇੱਕ ਦੂਜੇ ਦੇ ਆਰੋਪ ਪ੍ਰਤਿਆਰੋਪ, ਐਲੀਗੇਸ਼ਨ ਕਾਊਂਟਰ ਐਲੀਗੇਸ਼ਨ ਲਾ ਲਓ। ਇੱਕ ਮਿੰਟ ਲਾ ਲਓ ਆਪਾਂ, ਕੋਈ ਹਰਜ਼ ਨਹੀਂ ਹੈਗਾ। ਪਰ ਸਵਾਲ ਇਹ ਹੈ ਵੀ ਇੱਥੇ ਜਿੰਨਾ ਕੁ ਕੰਮ ਕਰਨ ਵਾਲਾ ਹੈਗਾ, ਅਮਨ ਜੀ, ਜਿੰਨਾ ਕੁ ਸਪੀਕਰ ਨੇ ਬੋਲਣਾ ਜੀ। ਡਾਕਟਰ ਬੈਠੋ। ਨੈਕਸਟ ਡਾਕਟਰ ਜੀਵਨਜੋਤ।